हम अवगुण भरे एक गुण नाहि। अमृत छाड़ बिख बिख खाई। माया मोह परम पै भूले सुत दारा स्यो प्रीत लगाई। उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की। गुर रामदास राखो सरणाई। सो कहो टल गुर सेविय। अहनिस सहज सुभाए। दर्शन परसय गुरु का। जन्म मरण दुख जाए। होवै सिफत खसंबंधी। नूर अरसोह कुर सोह। तुद डिठे सच्चे पातशाह। मल जन्म जन्म दी कटिया। सज्जन सच्चा पातशाह। सिर सांद साहो। जिस पास बैठिया सोहिया। सबना दा बेसाहो। सतनाम श्री वाहिगुरु साहिब जी। सोही महला पंजवा। जेना मोहे ब्रह्मंड खंड। ताहू मह पाओ। राख लेहो एहो बिखई जियो। देहो अपना नाओ। जेन मोहे ब्रह्मंड खंड। ताहू मह पाओ। राख लेहो एहो बिखई जियो। देहो अपना नाओ। रहाओ जाते नाही को सुखी। ताकै पाछै जाओ। छोड़ जाहे जो सगल को। फिर लपटाओ। करहो कृपा करुणापते। तेरे हर गुण गाओ। नानक की प्रभ बेनती। साध संग समाओ। करहो कृपा करुणापते। तेरे हर गुण गाओ। नानक की प्रभ बेनती। साध संग समाओ। वाहिगुरु जी का खालसा। वाहिगुरु जी की फतेह। आवो भैणे गल मिल है अंक सहेलड़िया। मिल कै करह कहानियाँ समरथ कंत किया। दया निध अंतरयामी। भगत वत्सल अनाथ नाथ जगत गुरु। सतगुरु श्री गुरु ग्रंथ साहिब जी महाराज। सतगुर की बाणी सत स्वरूप है। ऐसे दीन दयाल सतगुरु श्री गुरु ग्रंथ साहिब गरीब नवाज महाराज जी दे पवित्र दर्शन परस रहे। दर्शन परस के निहाल हो रहे। गुरु स्वरूप गुरु खालसा साध संगत जियो धनता दे पात्र हो। अमृत वेले तो गुरु चरणां च जुड़ के
ਆਪ ਦੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾਉਂਦਿਆਂ ਸਫਲਾ ਕਰ ਰਹੇ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਪਵਿੱਤਰ ਪਾਵਨ ਸ੍ਰੀ ਮੁਖਵਾਕ ਦੀ ਦਾਤ, ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਦੇ ਹਾਂ, ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਨਾਲ ਜੁੜੀਏ। ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਭਰਦੇ ਹਾਂ ਔਰ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਹਾਂ। ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਜਿਨ ਮੋਹਿ ਬ੍ਰਹਮੰਡ ਖੰਡ ਤਾਹੂ ਮਹਿ ਪਾਓ। ਸੋਹੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਨ ਕਰ ਰਹੇ ਨੇ। ਗੁਰਦੇਵ ਫਰਮਾਉਂਦੇ ਨੇ ਕਿ ਜਿਹੜੀ ਆ ਤ੍ਰੈਗੁਣੀ ਮਾਇਆ ਹੈ, ਇਸ ਤ੍ਰੈਗੁਣੀ ਮਾਇਆ ਨੇ ਸਾਰੇ ਬ੍ਰਹਮੰਡਾਂ ਨੂੰ ਖੰਡਾਂ ਨੂੰ ਮੋਹਿਆ ਹੋਇਆ। ਤਿੰਨ ਗੁਣ ਨੇ ਮਾਇਆ ਦੇ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਸਤੋ ਗੁਣ ਵਿੱਚ ਵਿਚਰਦਿਆਂ ਕਈ ਵਾਰ ਭੁਲੇਖਾ ਪੈਂਦਾ ਹੈ ਵੀ ਸ਼ਾਇਦ ਇਹ ਜਿਹੜਾ ਸਤੋ ਗੁਣ ਹੈ ਇਹੀ ਸਹਿਜ ਦੀ ਅਵਸਥਾ ਹੈ। ਸਹਿਜ ਜਿਸ ਨੂੰ ਤੁਰਿਆ ਪਦ ਕਹਿੰਦੇ ਨੇ, ਸਹਿਜ ਜਿਸ ਨੂੰ ਚੌਥੀ ਅਵਸਥਾ ਕਹਿੰਦੇ ਨੇ। ਕਈ ਵਾਰ ਭੁਲੇਖੇ ਵਿੱਚ ਸਤੋ ਗੁਣ ਨੂੰ ਹੀ ਸਹਿਜ ਦਾ ਸਵਰੂਪ ਅਸੀਂ ਸਮਝ ਲੈਂਦੇ ਹਾਂ। ਸਹਿਜ ਤੇ ਸਤੋ ਗੁਣ ਦਾ ਜੇ ਫਰਕ ਸਮਝਣਾ ਹੋਵੇ ਤਾਂ ਜ਼ਮੀਨ ਅਸਮਾਨ ਦਾ ਅੰਤਰ ਹੈ, ਫਰਕ ਹੈ। ਸਤੋ ਗੁਣੀ ਬਿਰਤੀ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਸਤੋ ਗੁਣ ਸਦਾ ਨਹੀਂ ਰਹਿੰਦਾ। ਸਾਤਵਿਕ ਬਿਰਤੀ ਕੀ ਹੈ? ਸੱਚ ਬੋਲਣਾ, ਸੰਤੋਖ ਰੱਖਣਾ, ਸ਼ੁੱਧ ਆਹਾਰ ਖਾਣਾ, ਸਵੱਛ ਵਸਤਰ ਧਾਰਨ ਕਰਨੇ, ਸਤ ਸੰਗਤ ਕਰਨੀ, ਕਥਾ ਕਰਨੀ, ਕੀਰਤਨ ਸੁਣਨਾ, ਸ਼ਾਂਤੀ ਨਾਲ ਟਿਕਾਰ ਨਾਲ ਕੁਝ ਸਮੇਂ ਲਈ ਬੈਠਣਾ, ਇਹ ਸਭ ਸਤੋ ਗੁਣ ਦੀ ਅੰਸ਼ ਹੈ। ਇਸ ਵੇਲੇ ਆਪਾਂ ਹੁਣ ਸੰਗਤ ਵਿੱਚ ਬੈਠੇ ਹਾਂ, ਸਤੋ ਗੁਣ ਵਿੱਚ ਵਰਤ ਰਹੇ ਹਾਂ। ਮੈਂ ਇਸ ਨੂੰ ਸਹਿਜ ਕਿਉਂ ਨਹੀਂ ਕਹਿੰਦਾ? ਕਿਉਂਕਿ ਇੱਥੋਂ ਬਾਹਰ ਜਾਣ ਤੋਂ ਬਾਅਦ ਕਿਸੇ ਦੀ ਬਿਰਤੀ ਤਮੋਗੁਣੀ ਵੀ ਹੋ ਸਕਦੀ ਹੈ, ਰਜੋਗੁਣੀ ਵੀ ਹੋ ਸਕਦੀ ਹੈ। ਸਹਿਜ ਦੀ ਅਵਸਥਾ ਜੋ ਹੈ ਉਹ ਬਦਲਦੀ ਨਹੀਂ ਹੈ, ਉਹ ਸदैव ਇੱਕੋ ਰਹਿੰਦੀ ਹੈ। ਹਾਂ, ਸਹਿਜ ਦੇ ਵਿੱਚ ਵੀ ਸੰਤੋਖ ਹੁੰਦਾ ਹੈ, ਸਹਿਜ ਦੇ ਵਿੱਚ ਵੀ ਕਥਾ ਕੀਰਤਨ ਸੁਣਨ ਦੀ ਅਵਸਥਾ ਬਣਦੀ ਹੈ, ਸਹਿਜ ਦੇ ਵਿੱਚ ਵੀ ਸਬਰ ਦੀ ਬਿਰਤੀ ਹੁੰਦੀ ਹੈ। ਜਦੋਂ ਸਹਿਜ ਹੁੰਦਾ ਉਦੋਂ ਭੋਜਨ ਵੀ ਜਿਹੜਾ ਹੈ ਸਾਤਵਿਕ ਹੁੰਦਾ ਹੈ। ਸਹਿਜ ਦੇ ਵਿੱਚ ਸਵੱਛਤਾਈ ਵੀ ਹੁੰਦੀ ਹੈ, ਪਰ ਉਹ ਸਤੋ ਗੁਣ ਨਾਲੋਂ ਅੰਤਰ ਹੈ। ਇਹਦਾ ਜੇ ਫਰਕ ਸਮਝਣਾ ਹੋਵੇ ਤਾਂ ਇੱਦਾਂ ਸਮਝ ਸਕਦੇ ਹਾਂ। ਇੱਕ ਮਹਾਤਮਾ ਨੇ ਬੜਾ ਸੁੰਦਰ ਸਮਝਾਇਆ ਸਹਿਜ ਔਰ ਸਤੋ ਗੁਣ ਦੇ ਫਰਕ ਨੂੰ। ਉਹ ਕਹਿੰਦੇ ਕੋਈ ਉੱਚੀ ਚੋਟੀ ਹੈ ਪਹਾੜ ਦੀ, ਬੜਾ ਉੱਚਾ ਸਿਖਰ ਹੈ। ਪ੍ਰਭੂ ਕਰੁਣਾ ਨਾਲ ਇੱਕ ਨੇ ਯਤਨ ਕੀਤਾ ਉਸ ਚੋਟੀ ਤੇ ਚੜ੍ਹਨ ਦਾ। ਸਹਿਜੇ ਸਹਿਜੇ ਰਸਤੇ ਵਿੱਚ ਬਹੁਤ ਸਾਰੇ ਪਹਾੜ ਆਏ, ਚੋਟੀਆਂ ਆਈਆਂ, ਪੱਥਰ ਕੰਕਰ ਆਏ, ਤੂਫਾਨ ਆਏ। ਪ੍ਰਭੂ ਕਰੁਣਾ ਨਾਲ ਸਹਿਜੇ ਸਹਿਜੇ ਚੜ੍ਹਦਾ ਉਹ ਸਿਖਰ ਤੇ ਪਹੁੰਚ ਗਿਆ। ਹਿੰਮਤ ਕਰਦੇ ਹਾਂ, ਹੁਣ ਉਹ ਤਾਂ ਪਹੁੰਚ ਗਿਆ। ਦੂਜਾ ਉਹ ਵਿਅਕਤੀ ਜਿਸ ਨੇ ਉਹਦੀ ਰੀਸ ਕੀਤੀ ਵੀ ਜੇ ਉਹ ਪਹੁੰਚ ਗਿਆ ਤੇ ਮੈਂ ਵੀ ਚੱਲਾਂ।
ਉਹ ਵੀ ਚੜ੍ਹਿਆ। ਤੂਫਾਨ ਬੜਾ ਤੇਜ਼ ਆਇਆ, ਮਿੱਟੀ ਘੱਟਾ ਉੱਡਣ ਲੱਗਾ, ਕੰਕਰ ਉੱਡਣ ਲੱਗੇ, ਦਰਖਤ ਟੁੱਟ ਕੇ ਡਿੱਗਣ ਲੱਗੇ, ਬਹੁਤ ਜ਼ਿਆਦੀਆਂ ਰੁਕਾਵਟਾਂ ਆਈਆਂ। ਅੱਧ ਪਚੱਧਾ ਜਿਹਾ ਪਹੁੰਚਿਆ ਸੀ, ਮੁੜ ਕੇ ਥੱਲੇ ਡਿੱਗ ਪਿਆ। ਇਹ ਉਦਾਹਰਣ ਹੈ, ਇਹਨੂੰ ਸਮਝਣਾ ਹੋਵੇ ਤਾਂ ਇਸ ਤਰ੍ਹਾਂ ਸਹਿਜ ਦੀ ਉਹ ਅਵਸਥਾ ਹੈ ਜਿਹੜਾ ਪਹੁੰਚ ਗਿਆ ਚੋਟੀ ਦੇ ਉੱਤੇ, ਸਿਖਰ ਦੇ ਉੱਤੇ। ਸਤੋਗੁਣ ਦੀ ਉਹ ਅਵਸਥਾ ਵੀ ਹਾਲੇ ਪਹੁੰਚਿਆ ਨਹੀਂ, ਯਤਨਸ਼ੀਲ ਹੈ। ਖਬਰ ਉਹਨੂੰ ਕਿੰਨੀ ਕੁ ਵਾਰ ਫੇਰ ਯਤਨ ਕਰਨਾ ਪਵੇ ਚੜ੍ਹਨ ਲਈ, ਫੇਰ ਉੱਤੇ ਨੂੰ ਜਾਣ ਵਾਸਤੇ ਯਤਨ ਕਰਨਾ ਪਵੇ। ਗੁਰ ਇਤਿਹਾਸ ਵਿੱਚੋਂ ਵੇਖੀਏ, ਭਾਈ ਜੋਗਾ ਸਿੰਘ ਜੀ ਦੀ ਸਾਖੀ ਆਉਂਦੀ। ਭਾਈ ਜੋਗਾ ਸਿੰਘ ਜੀ ਸਤੋਗੁਣ ਵਿੱਚ ਸਨ, ਸਾਤਵਿਕ ਬਿਰਤੀ ਵਿੱਚ ਸਨ, ਸਹਿਜ ਵਿੱਚ ਨਹੀਂ ਸਨ। ਸਹਿਜ ਵਿੱਚ ਹੁੰਦੇ ਤੇ ਵੇਸ਼ਵਾ ਦਾ ਸਰੂਪ ਵੇਖ ਕੇ ਕਦੇ ਡਾਵਾਂ ਡੋਲ ਨਾ ਹੁੰਦੇ, ਪਰ ਜਦੋਂ ਸਤੋਗੁਣੀ ਬਿਰਤੀ ਸੀ, ਆਉਂਦੇ ਹੈ ਵੇਸ਼ਵਾ ਦਾ ਸਰੂਪ ਵੇਖਦੇ ਹੀ ਰਜੋਗੁਣੀ ਬਿਰਤੀ ਹੋ ਜਾਂਦੀ ਹੈ, ਤਮੋਗੁਣੀ ਬਿਰਤੀ ਹੋ ਜਾਂਦੀ ਹੈ, ਤਬਦੀਲ ਹੋ ਗਈ। ਇਹ ਫਰਕ ਹੈ। ਕਲਗੀਧਰ ਜੀ ਚਾਹੁੰਦੇ ਸਨ ਕਿ ਜੋਗਾ ਸਿੰਘ ਸਹਿਜ ਵਿੱਚ ਪਹੁੰਚ ਜਾਏ, ਤਾਂ ਜੋ ਉੱਥੇ ਪਹੁੰਚ ਕੇ ਇਹਦੀ ਬਿਰਤੀ ਵਿੱਚ ਖਿੰਡਾਵ ਨਾ ਹੋਵੇ, ਤਬਦੀਲੀ ਨਾ ਆਵੇ, ਇੱਕ ਰਸ ਬਿਰਤੀ ਬਣ ਜਾਏ। ਸਤੋਗੁਣ ਤੇ ਸਹਿਜ ਵਿੱਚ ਇਹ ਅੰਤਰ ਹੈ, ਇਹ ਮੋਟਾ ਜਿਹਾ ਫਰਕ ਹੈ। ਸਹਿਜ ਜੋ ਚੋਟੀ ਤੇ ਪਹੁੰਚ ਗਿਆ, ਹੁਣ ਉਹਨੂੰ ਡਿੱਗਣ ਦਾ ਖਤਰਾ ਨਹੀਂ ਹੈ, ਉੱਥੇ ਅਡੋਲ ਹੋ ਕੇ ਬਹਿ ਗਿਆ, ਸੋਹਣਾ ਆਸਣ ਮਿਲ ਗਿਆ ਉਹਨੂੰ, ਉੱਥੇ ਟਿਕ ਗਿਆ। ਸਤੋਗੁਣ ਜਿਹੜਾ ਚੋਟੀ ਤੇ ਚੜ੍ਹਨ ਦਾ ਯਤਨ ਕਰ ਰਿਹਾ, ਹਾਲੇ ਬੜੀਆਂ ਹਨੇਰੀਆਂ ਆਉਣੀਆਂ ਨੇ, ਬੜੇ ਝੱਖੜ ਆਉਣੇ ਨੇ, ਬੜੇ ਤੂਫਾਨ ਆਉਣੇ ਨੇ, ਬੜੀਆਂ ਰੁਕਾਵਟਾਂ ਆਉਣੀਆਂ ਨੇ, ਬੜੇ ਮੀਂਹ ਪੈਣੇ ਨੇ, ਬੜੇ ਬੱਦਲ ਗਰਜਣੇ ਨੇ। ਖਬਰੇ ਪਹੁੰਚੇ ਕਿ ਨਾ ਪਹੁੰਚੇ। ਤੋ ਸਹਿਜ ਤਿੰਨਾਂ ਗੁਣਾਂ ਤੋਂ ਪਰੇ। ਜੋ ਤਿੰਨਾਂ ਗੁਣਾਂ ਵਿੱਚ ਹੈ ਉਹ ਹੈ ਮਾਇਆ। ਰਾਜਗੁਣ, ਤਮਗੁਣ, ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ, ਕਿਉਂਕਿ ਮਾਇਆ ਬਦਲਦੀ ਹੈ ਤੇ ਤਿੰਨ ਗੁਣ ਵੀ ਤਬਦੀਲ ਹੁੰਦੇ ਰਹਿੰਦੇ। ਸਾਡੇ ਸਰੀਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨੇ ਗੁਣ ਹੀ ਕੰਮ ਕਰਦੇ। ਕਦੇ ਬਿਰਤੀ ਤਮੋ ਗੁਣੀ ਹੋ ਗਈ, ਕਦੇ ਰਜੋ ਗੁਣੀ ਹੋ ਗਈ, ਕਦੇ ਸਤੋ ਗੁਣੀ ਹੋ ਗਈ। ਪੋਥੀ ਫੜ ਕੇ ਅਸੀਂ ਨਿਤਨੇਮ ਕਰ ਰਹੇ ਹਾਂ, ਗੁਰਬਾਣੀ ਪੜ੍ਹ ਰਹੇ ਹਾਂ, ਜਾਂ ਉੱਦਾਂ ਹੀ ਬੈਠੇ ਭਜਨ ਕਰ ਰਹੇ ਹਾਂ। ਅਚਾਨਕ ਬੱਚਾ ਖੇਡਦਾ ਖੇਡਦਾ ਦੌੜ ਕੇ ਆਇਆ, ਘੁੱਟ ਕੇ ਛਾਤੀ ਨਾਲ ਲਾ ਲਿਆ। ਸਤੋ ਗੁਣ ਤੋਂ ਬਿਰਤੀ ਇੱਕਦਮ ਜਦੋਂ ਮੋਹ ਦੇ ਬਿਰਤੀ ਵਿੱਚ ਕਨਵਰਟ ਹੋ ਗਈ, ਤਮੋ ਗੁਣ ਬਣ ਗਿਆ। ਕਿਉਂਕਿ ਜਿਹੜਾ ਮੋਹ ਹੈ ਉਹ ਤਮੋ ਗੁਣ ਚੋਂ ਪੈਦਾ ਹੁੰਦਾ ਹੈ। ਇੱਕਦਮ ਸਭ ਕੁਝ ਭੁੱਲ ਜਾਂਦਾ ਹੈ। ਸਾਤਕ ਬਿਰਤੀ ਤੋਂ ਇੱਕਦਮ ਉਸ ਬੱਚੇ ਦੇ ਮੋਹ ਦੇ ਵਿੱਚ ਘੁੱਟ ਕੇ ਗਲਵੱਕੜੀ ਲਈ, ਉਹਦਾ ਮੱਥਾ ਚੁੰਮਿਆ, ਛਾਤੀ ਨਾਲ ਲਾਇਆ, ਮੋਹ ਪਜਾਇਆ, ਯਾਨੀ ਕਿ ਤਬਦੀਲ ਹੋ ਗਿਆ, ਤਮੋ ਗੁਣ ਚ ਕਨਵਰਟ ਹੋ ਗਿਆ। ਤੋ ਇਸ ਤਰ੍ਹਾਂ ਸਾਰੇ ਦਿਨ ਵਿੱਚ ਸਾਡੀਆਂ ਬਿਰਤੀਆਂ ਇੱਦਾਂ ਤਬਦੀਲ ਹੁੰਦੀਆਂ ਰਹਿੰਦੀਆਂ ਨੇ। ਇਹਨੂੰ ਕਹਿੰਦੇ ਨੇ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਥੱਲੇ ਰਹਿਣਾ। ਤੇ ਬੇਨਤੀਆਂ ਕਰ ਰਹੇ ਨੇ ਮਹਾਰਾਜ, ਇਹ ਜਿਹੜੀ ਤ੍ਰੈਗੁਣੀ ਮਾਇਆ ਹੈ, ਇਹਨੇ ਪੂਰੇ ਬ੍ਰਹਿਮੰਡ ਨੂੰ ਮੋਹ ਲਿਆ। ਜਿਨ ਮੋਹੇ ਬ੍ਰਹਿਮੰਡ ਖੰਡ, ਬ੍ਰਹਿਮੰਡ ਨੂੰ ਖੰਡ ਕਹਿੰਦੇ ਨੇ ਟੁਕੜਿਆਂ ਨੂੰ, ਧਰਤੀ ਟੁਕੜਿਆਂ 'ਚ ਵੰਡੀ ਹੋਈ। ਸਾਰਿਆਂ ਖੰਡਾਂ ਨੂੰ ਇਸ ਤ੍ਰੈਗੁਣੀ ਮਾਇਆ ਨੇ ਮੋਹ ਲਿਆ। ਮਹਾਰਾਜ ਜਿਸ ਮਾਇਆ ਨੇ ਸਾਰੇ ਖੰਡ ਬ੍ਰਹਿਮੰਡਾਂ ਨੂੰ ਮੋਹਿਆ ਹੋਇਆ, ਮਹਾਰਾਜ ਮੈਨੂੰ ਵੀ ਉਹਦੇ ਵਿੱਚ ਹੀ ਸੁੱਟੀ ਜਾਂਦੇ ਹੋ, ਵੀ ਉਹ ਮੈਨੂੰ ਵੀ ਮੋਹ ਲਵੇ। ਤਾਹੂ ਮਹਿ ਪਾਹੋ, ਮਹਾਰਾਜ ਉਸੇ ਵਿੱਚ ਹੀ ਮੁੜ ਮੁੜ ਕੇ ਮੈਨੂੰ ਪਾਈ ਜਾਂਦੇ ਜੇ। ਕਿਰਪਾ ਕਰੋ ਮਹਾਰਾਜ, ਤੁਹਾਡੀ ਕਿਰਪਾ ਬਿਨਾਂ ਇਹਨੂੰ ਤਰਨਾ ਔਖਾ ਹੈ। ਗੁਰੂ ਪਾਤਸ਼ਾਹ ਦੀ ਕਿਰਪਾ ਬਿਨਾਂ ਇਸ ਮਾਇਆ ਨੂੰ ਤਰ ਸਕਣਾ ਬਹੁਤ ਔਖਾ ਹੈ। ਔਖਾ ਕੀ, ਅਸੰਭਵ ਹੈ। ਗੁਰੂ ਦਇਆ ਤੋਂ ਬਿਨਾਂ ਇਹਨੂੰ ਤਰਿਆ ਹੀ ਨਹੀਂ ਜਾ ਸਕਦਾ, ਕਠਨ ਹੈ। ਤ੍ਰੈਗੁਣੀ ਮਾਇਆ ਨੂੰ ਤਰਨ ਲਈ ਗੁਰੂ ਕਿਰਪਾ ਚਾਹੀਦੀ ਹੈ, ਗੁਰੂ ਦਇਆ ਚਾਹੀਦੀ ਹੈ। ਜਿਨ੍ਹਾਂ ਤੇ ਗੁਰੂ ਤਰਸ ਹੁੰਦਾ ਹੈ, ਗੁਰੂ ਦਇਆ ਹੁੰਦੀ ਹੈ, ਗੁਰੂ ਕਿਰਪਾ ਹੁੰਦੀ ਹੈ, ਉਹ ਇਸ ਤ੍ਰੈਗੁਣੀ ਮਾਇਆ ਤੋਂ ਉੱਪਰ ਉੱਠ ਕੇ ਸਹਿਜ ਵਿੱਚ ਸਥਿਤ ਹੋ ਜਾਂਦੇ ਹਨ। ਉਹ ਚੋਟੀ ਤੇ ਪਹੁੰਚ ਗਏ, ਸਿਖਰ ਤੇ ਪਹੁੰਚ ਗਏ। ਗੁਰੂ ਦਇਆ ਹੋਈ
ਭਟਕਦੇ ਹੋਏ ਨੂੰ ਇੱਕਦਮ ਬਾਹ ਫੜੀ ਭਾਈ ਜੋਗਾ ਸਿੰਘ ਦੀ, ਔਰ ਉਸ ਸਹਿਜ ਦੀ ਅਵਸਥਾ ਵਿੱਚ ਟਿਕਾ ਦਿੱਤਾ। ਪਰ ਜੇ ਗੁਰੂ ਭਰਮਾ ਦੇਵੇ ਤੇ ਫਿਰ ਮਾਇਆ ਪ੍ਰਬਲ ਵੀ ਇੰਨੀ ਹੈ, ਤੇ ਜੇ ਭਰਮਾਉਣਾ ਚਾਹੇ ਗੁਰੂ ਤੇ ਫਿਰ ਬ੍ਰਹਮਾ ਆਦਿਕ ਦੇਵਤੇ ਵੀ ਭਰਮ ਜਾਂਦੇ ਨੇ। ਅਸੀਂ ਤਾਂ ਮਨੁੱਖ ਹਾਂ, ਮਾਨਵ ਕੋਟੀ 'ਚ। ਤੋ ਇਹ ਤ੍ਰੈ ਗੁਣੀ ਮਾਇਆ ਮਹਾਰਾਜ ਪੂਰੇ ਬ੍ਰਹਿਮੰਡ ਤੇ ਖੰਡਾਂ ਨੂੰ ਮੋਹ ਰਹੀ ਹੈ। ਮਹਾਰਾਜ ਮੈਨੂੰ ਵੀ ਤੁਸੀਂ ਇਸੇ ਵਿੱਚ ਹੀ ਪਾਇਆ ਹੋਇਆ, ਕਿਰਪਾ ਕਰੋ ਮਹਾਰਾਜ। ਰਾਖ ਲਿਹੋ ਇਹੋ ਬਿਖਈ ਜਿਉ, ਦੇਹੋ ਆਪਣਾ ਨਾਓ। ਬੇਨਤੀ ਕਰਨੀ ਹੈ ਮਹਾਰਾਜ, ਮੈਂ ਵਿਸ਼ਈ ਜੀਵ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬੜਾ ਸੱਚਾ ਸੁੱਚਾ ਸਾਫ ਸੁਥਰਾ ਬੰਦਾ। ਮਹਾਰਾਜ ਮੈਂ ਵਿਸ਼ਈ ਜੀਵ ਹਾਂ, ਕਿਰਪਾ ਕਰੋ ਮੈਨੂੰ ਵਿਸ਼ਈ ਨੂੰ ਰੱਖ ਲਓ। ਰਾਖ ਲਿਓ ਇਹੋ ਬਿਖਈ ਜਿਉ। ਮਹਾਰਾਜ ਮੈਂ ਬਿਖਈ ਜੀਵ ਹਾਂ, ਤੇ ਬਿਖਈ ਵੀ ਕਿਹੋ ਜਿਹਾ? ਬਿਖੈ ਬਿਖੈ ਕੀ ਵਾਸ਼ਨਾ ਤਜੀ ਨਹਿ ਜਾਈ। ਅਨਕ ਜਤਨ ਕਰ ਰਾਖੀਐ ਫਿਰ ਲਪਟਾਈ। ਬਿਖੈ ਬਿਖੈ ਕੀ ਵਾਸ਼ਨਾ ਤਜੀ ਨਹਿ ਜਾਈ। ਰਾਖ ਲਿਓ ਇਹੋ ਬਿਖਈ ਜੀਉ। ਇਹੋ ਆਪਣੇ ਆਪ ਨੂੰ ਕਹਿ ਰਿਹਾ ਮਹਾਰਾਜ, ਆਹ ਜਿਹੜਾ ਜੀਵ ਹੈ ਮੈਂ, ਇਹ ਵਿਸ਼ਈ ਜੀਵ ਹੈ। ਕਿਰਪਾ ਕਰੋ ਮਹਾਰਾਜ, ਰੱਖ ਲਓ ਸਾਨੂੰ ਇਸ ਮਾਇਆ ਤੋਂ, ਇਹਦੇ ਮਾਇਆ ਦੇ ਝੱਲ ਝੋਲਿਆਂ ਤੋਂ, ਇਸ ਮਾਇਆ ਦੀ ਢਾਵਾਂ ਡੋਲਤਾ ਤੋਂ ਸਾਨੂੰ ਰੱਖ ਲਓ। ਕਿਵੇਂ ਰੱਖੋ? ਦੇਹੋ ਆਪਣਾ ਨਾਓ। ਮਹਾਰਾਜ ਸਾਨੂੰ ਆਪਣਾ ਨਾਮ ਦੇ ਕੇ ਰੱਖ ਲਓ, ਆਪਣੇ ਅੰਮ੍ਰਿਤ ਨਾਮ ਦੀ ਦਾਤ ਦੇ ਕੇ ਰੱਖ ਲਓ। ਇਹ ਤਰਸ ਕਰੋ ਸਤਿਗੁਰੂ ਸਾਡੇ ਤੇ, ਸਾਨੂੰ ਆਪਣਾ ਨਾਮ ਦੇ ਦਿਓ। ਦੇਹੋ ਨਾਮ ਸੰਤੋਖੀਆ, ਦੇਹੋ ਨਾਮ ਸੰਤੋਖੀਆ। ਦੇਹੋ ਨਾਮ ਸੰਤੋਖੀਆ, ਦੇਹੋ ਨਾਮ ਸੰਤੋਖੀਆ। ਮਹਾਰਾਜ ਕਿਰਪਾ ਕਰੋ ਸਾਨੂੰ ਆਪਣਾ ਨਾਮ ਬਖਸ਼ ਦਿਓ। ਰਹਾਓ ਜਾਤ ਨਾਹੀ ਕੋ ਸੁਖੀ, ਤਾਕੈ ਪਾਛੈ ਜਾਓ। ਭਲਾ ਇਸ ਮਾਇਆ ਤੋਂ ਵੀ ਕਦੇ ਕੋਈ ਸੁਖੀ ਹੋਇਆ? ਇਸ ਤੋਂ ਤਾਂ ਕੋਈ ਕਦੇ ਸੁਖੀ ਨਹੀਂ ਹੋਇਆ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ। ਜਿਹਦੇ ਘਰ 'ਚ ਬਹੁਤ ਹੋਵੇ ਉਹ ਵੀ ਫਿਕਰਮੰਦ ਹੈ, ਨਾ ਹੋਵੇ ਤਾਂ ਉਹਨੇ ਤਾਂ ਹੋਣਾ ਹੀ ਹੈ। ਇਸ ਮਾਇਆ ਤੋਂ, ਇਸ ਧਨ ਤੋਂ ਕਦੇ ਕੋਈ ਸੁਖੀ ਨਹੀਂ ਹੋਇਆ। ਯਾਨੀ ਕਿ ਸੁੱਖ ਦਾ ਅੰਸ਼ ਕਿਤੇ ਹੋਰ ਹੈ ਜਿੱਥੋਂ ਉਤਪੰਨ ਹੁੰਦਾ। ਇਹ ਸਮਝਣਾ ਪਵੇਗਾ। ਸੁੱਖ ਕਿਤੇ ਹੋਰ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹਿਰਨ ਕਸਤੂਰੀ ਆਪਣੀ ਨਾਭੀ ਵਿੱਚ ਹੋਣ ਦੇ ਬਾਵਜੂਦ ਸੁਗੰਧੀ ਬਾਹਰ ਲੈਂਦਾ ਫਿਰਦਾ, ਉਹ ਕਦੇ ਕਿਸੇ ਗੰਦੇ ਟੋਏ 'ਚ ਜਾ ਕੇ ਮੂੰਹ ਮਾਰਦਾ ਵੀ ਸ਼ਾਇਦ ਇੱਥੋਂ ਆਉਂਦੀ ਸੁਗੰਧੀ। ਬਸ ਇਹੀ ਹਾਲਾਤ ਨੇ। ਸੁੱਖ ਬਾਹਰ ਨਹੀਂ ਹੈ, ਸੁੱਖ ਅੰਤਰਮੁਖੀ ਬਿਰਤੀ ਵਿੱਚ ਹੈ। ਸੁੱਖ ਨਿਜ ਆਪਣੇ ਆਪੇ ਵਿੱਚ, ਆਪਣੇ ਨਿਜਾਤਮਕ ਆਨੰਦ ਵਿੱਚ ਸੁੱਖ ਹੈ। ਉੱਥੇ ਸਦਾ ਹੀ ਸੁੱਖ ਹੈ। ਪਰ ਆ ਜਿਹੜੀ ਮਾਇਆ ਹੈ, ਮਹਾਰਾਜ ਜੀ ਕਹਿੰਦੇ ਇਹਦੇ ਤੋਂ ਕੋਈ ਸੁਖੀ ਨਹੀਂ ਹੋਇਆ। ਜਾ ਤੇ ਨਾ ਹੀ ਕੋ ਸੁਖੀ। ਇਹ ਤਾਂ ਭਰਮਾਉਂਦੀ ਹੈ, ਇਹਦੇ ਤੋਂ ਕੋਈ ਸੁਖੀ ਨਹੀਂ। ਤੇ ਜਿਸ ਤੋਂ ਕੋਈ ਸੁਖੀ ਨਹੀਂ, ਮੈਂ ਇਹ ਜਾਣਦਾ ਵੀ ਹਾਂ ਕਿ ਇਹਦੇ 'ਚ ਸੁੱਖ ਨਹੀਂ ਹੈ, ਪਰ ਮਹਾਰਾਜ ਮੈਂ ਫਿਰ ਮੁੜ ਮੁੜ ਕੇ ਇਸੇ ਪਿੱਛੇ ਭੱਜਦਾ ਹਾਂ। ਮੇਰੀ ਖਿੱਚ ਇਸੇ ਪਾਸੇ ਬਣੀ ਹੋਈ ਹੈ, ਮੇਰਾ ਆਕਰਸ਼ਣ ਇਸ ਪਾਸੇ ਬਣਿਆ ਹੋਇਆ। ਇਹੋ ਜਿਹੀ ਮਨਮੋਹਣੀ ਹੈ ਵੀ ਮੋਹੀ ਜਾਂਦੀ ਹੈ। ਮੈਂ ਬੜਾ ਯਤਨ ਕਰਦਾ ਹਾਂ, ਪਰ ਫਿਰ ਇਸੇ ਵੱਲ ਖਿੱਚਿਆ ਜਾਂਦਾ, ਫਿਰ ਇਸੇ ਵੱਲ ਆਕਰਸ਼ਿਤ ਹੁੰਦਾ ਹਾਂ। ਛੋੜ ਜਾਹੇ ਜੋ ਸਗਲ ਕੋ, ਫਿਰ ਲਪਟਾਓ। ਜਿਹੜੀ ਇਹ ਮਾਇਆ ਹੈ, ਪਤਾ ਵੀ ਹੈ ਵੀ ਇਹਨੇ ਸਾਰਿਆਂ ਨੂੰ ਛੱਡ ਕੇ ਚਲਿਆ ਜਾਣਾ। ਇਹ ਜੋ ਕੁਝ ਹੈ, ਇਹ ਸਾਰਾ ਕੁਝ ਛੱਡ ਕੇ ਜਾਣਾ ਹੈ।
ਇਹ ਸਭ ਪਤਾ ਹੈ, ਪਰ ਫਿਰ ਵੀ ਮੁੜ ਮੁੜ ਕੇ ਲੰਪਟ ਹੋ ਰਿਹਾ, ਮੁੜ ਮੁੜ ਕੇ ਫਿਰ ਇਹਨੂੰ ਜੱਫੇ ਪਾਉਣਾ। ਇਹ ਸਾਡੀ ਬਿਰਤੀ ਬਿਆਨ ਕਰ ਰਹੇ ਨੇ ਪੰਜਵੇਂ ਪਾਤਸ਼ਾਹ, ਸਾਡੀ ਮਨੋਦਸ਼ਾ ਦੱਸ ਰਹੇ ਨੇ। ਮਹਾਰਾਜ ਕੀ ਅਸੀਂ ਨਹੀਂ ਜਾਣਦੇ? ਚਲਿਆ ਜਾਣਾ ਜਾ ਰਿਹਾ। ਐਤ ਜਗਤਾ ਕਾਇਤ ਗਾਰਬ ਹੰਡੀ ਹੈ। ਕਾਹਦਾ ਹੰਕਾਰ ਕਰਦਾ ਜੇ ਤੈਨੂੰ ਪਤਾ ਵੀ ਰਹਿਣਾ ਹੀ ਨਹੀਂ ਇੱਥੇ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰਮ ਉਨ ਸੇਵਾ। ਇੱਥੇ ਰਹਿਣਾ ਥਿਰ ਨਹੀਂ ਹੈ। ਜਾਣਦਾ ਵੀ ਆ ਵੀ ਇਹਨੇ ਛੱਡ ਕੇ ਚਲਿਆ ਜਾਣਾ, ਇਹ ਸदैवी ਨਹੀਂ ਹੈ, ਸਤ ਨਹੀਂ ਹੈ। ਪਰ ਮਹਾਰਾਜ ਕੀ ਕਰਾਂ ਮੈਂ, ਫਿਰ ਮੁੜ ਮੁੜ ਕੇ ਫਿਰ ਇਸੇ 'ਚ ਹੀ ਲੰਪਟ ਹੁੰਦਾ। ਫਿਰ ਲਪਟਾਓ, ਫਿਰ ਮੁੜ ਮੁੜ ਕੇ ਇਸੇ ਵਿੱਚ ਹੀ ਲੰਪਟ ਹੋ ਰਿਹਾ ਹਾਂ। ਕਰਹੁ ਕਿਰਪਾ ਕਰੁਣਾਪਤੇ, ਤੇਰੇ ਹਰ ਗੁਣ ਗਾਓ। ਹੇ ਕਰੁਣਾਪਤੇ, ਹੇ ਕਰੁਣਾ ਦੇ ਸਮੁੰਦਰ, ਹੇ ਕਰੁਣਾ ਦੇ ਅਥਾਹ ਮਾਲਕ, ਹੇ ਕਰੁਣਾ ਦੇ ਸੁਆਮੀ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਕਿਰਪਾ ਕਰੋ ਮਹਾਰਾਜ, ਤਰਸ ਕਰੋ। ਇਹ ਨਾ ਵੇਖੋ ਵੀ ਅਸੀਂ ਵਿਸ਼ਈ ਹਾਂ, ਇਹ ਨਾ ਵੇਖੋ ਅਸੀਂ ਵਿਕਾਰੀ ਹਾਂ, ਬਸ ਕਿਰਪਾ ਕਰੋ ਮਹਾਰਾਜ, ਤਰਸ ਕਰੋ। ਤੇ ਕਿਰਪਾ ਕਰੋ ਇਹ ਕਿ ਮੈਂ ਤੁਹਾਡੇ ਗੁਣ ਗਾਵਾਂ, ਤੇਰੇ ਹਰ ਗੁਣ ਗਾਓ। ਮਹਾਰਾਜ ਹਰੀ ਜੀ ਮੈਂ ਤੁਹਾਡੇ ਗੁਣ ਗਾਵਾਂ, ਮੇਰੇ ਤੇ ਕਿਰਪਾ ਕਰ ਦਿਓ। ਅੱਠੇ ਪੈਰ ਨਿਰੰਤਰ ਤੁਹਾਡੇ ਗੁਣ ਗਾਇਨ ਕਰਾਂ, ਇਹ ਤਰਸ ਕਰੋ। ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗ ਸਮਾਓ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਮਹਾਰਾਜ ਮੇਰੀ ਬੇਨਤੀ ਹੈ ਕਿ ਮੈਂ ਸਾਧ ਸੰਗਤ ਵਿੱਚ ਸਮਾਇਆ ਰਹਾ, ਮੇਰੀ ਸਾਧ ਸੰਗਤ ਵਿੱਚ ਸਮਾਈ ਹੋਵੇ, ਨਾ ਲੱਗੇ ਵੀ ਮੈਂ ਸੰਗਤ ਵਿੱਚ ਆਇਆ। ਇਹੋ ਜੀ ਸਮਾਈ, ਇਹ ਨਹੀਂ ਵੀ ਆਸਾ ਤਾਮ ਝਾਮ ਹੋਵੇ, ਉਧਰ ਕੰਨ ਨੂੰ ਮੋਬਾਈਲ ਲੱਗਾ ਹੋਵੇ, ਆਲੇ ਦੁਆਲੇ ਸਭ ਨੂੰ ਪਤਾ ਲੱਗੇ ਵੀ ਫਲਾਣਾ ਸਿਉਂ ਆਉਂਦਾ ਹੈ, ਬੋਲਦਾ ਹੋਵੇ, ਜਣਾਉਂਦਾ ਹੋਵੇ ਵੀ ਮੈਂ ਹਾਂ। ਮਹਾਰਾਜ ਇਹੋ ਜੀ ਸਮਾਈ ਹੋਵੇ ਵੀ ਮੇਰੇ ਆਏ ਦਾ ਪਤਾ ਹੀ ਨਾ ਲੱਗੇ, ਸੰਗਤ ਵਿੱਚ ਐਨ ਟਿਕ ਕੇ ਸ਼ਾਂਤੀ ਨਾਲ ਵਿੱਚ ਬਹਿ ਜਾਵਾਂ। ਸਮਾਈ ਹੋ ਜਾਏ ਮੇਰੀ, ਸਰੀਰ ਕਰਕੇ ਨਹੀਂ ਸੁਰਤੀ ਕਰਕੇ ਵੀ। ਇਹ ਮੇਰੀ ਬੇਨਤੀ ਹੈ, ਬੇਨਤੀ ਕਰਨੀ ਚਾਹੀਦੀ। ਮਹਾਰਾਜ ਸਾਨੂੰ ਸੰਗਤ ਵਿੱਚ ਬੈਠਣਾ ਆ ਜਾਏ, ਸਾਨੂੰ ਸੰਗਤ ਵਿੱਚ ਜੁੜਨਾ ਆ ਜਾਏ। ਸਾਡੀਆਂ ਤਾਂ ਜ਼ਿੰਦਗੀਆਂ ਲੰਘ ਗਈਆਂ ਮਹਾਰਾਜ, ਸਾਨੂੰ ਆਪ ਜੀ ਦੀ ਸੰਗਤ ਵਿੱਚ ਬੈਠਣਾ ਤੱਕ ਨਹੀਂ ਆਇਆ। ਸੰਗਤ ਵਿੱਚ ਦਰਸ਼ਨ ਕਰਨ ਦਾ ਸਬੱਬ ਤੱਕ ਨਹੀਂ ਆਇਆ ਕਿ ਕਿਸ ਤਰੀਕੇ ਨਾਲ ਦਰਸ਼ਨ ਕਰੀਦੇ ਨੇ, ਕਿਵੇਂ ਸੰਗਤ ਵਿੱਚ ਵਿਚਰੀਦਾ, ਕਿਵੇਂ ਬੈਠੀਦਾ। ਸਾਨੂੰ ਤਾਂ ਸਿਰਫ ਆਪਣਾ ਆਪ ਹੀ ਦਿਸਦਾ ਸੰਗਤ ਵਿੱਚ ਆ ਕੇ। ਇਹ ਨਹੀਂ ਦਿਸਦਾ ਵੀ ਰੱਬ ਜੈਸੇ ਦੇਵਤੇ ਜੈਸੇ ਸਤਸੰਗੀ ਬੈਠੇ ਆ ਬੜੇ ਸ਼ਾਂਤ ਹੋ ਕੇ, ਪਰ ਉੱਥੇ ਸਾਨੂੰ ਆਪਣਾ ਆਪ ਹੀ ਦਿਸਦਾ, ਮੈਂ ਹਾਂ। ਜਦੋਂ ਸੰਗਤ ਦਿਸਣ ਲੱਗ ਪਏ ਵੀ ਸੰਗਤ ਬੈਠੀ ਹੈ, ਸਾਰਿਆਂ ਵਿੱਚ ਰੱਬ ਵਸਦਾ, ਇਹ ਦੇਵਤੇ ਸਰੂਪ ਹੋ ਕੇ ਸੱਜ ਕੇ ਬੈਠੇ ਹਨ, ਤੇ ਫਿਰ ਮਜਾਲ ਹੈ ਵੀ ਜੇ ਵਿੱਚ ਆ ਕੇ ਮਾੜੀ ਮੋਟੀ ਵੀ ਹਿਲ ਜੁਲ ਕਰੇ। ਹਿਲ ਜੁਲ ਹੁੰਦੀ ਉਦੋਂ ਹੈ, ਬੋਲ ਬਲਈਆ ਹੁੰਦਾ ਹੀ ਉਦੋਂ ਹੈ ਜਦੋਂ ਇਹ ਸੰਗਤ ਵੱਲ ਨਹੀਂ ਵੇਖਦਾ, ਕੇਵਲ ਆਪਣੇ ਵੱਲ ਵੇਖਦਾ। ਮੇਰੀ ਬੇਨਤੀ ਹੈ ਮਹਾਰਾਜ ਮੇਰੀ ਸੰਗਤ ਵਿੱਚ ਸਮਾਈ ਹੋ ਜਾਏ, ਸਮਾ ਜਾਵਾਂ, ਇਸ ਤਰ੍ਹਾਂ ਸਮਾ ਜਾਵਾਂ ਕਿ ਪਤਾ ਹੀ ਨਾ ਲੱਗੇ ਵੀ ਸੰਗਤ ਵਿੱਚ ਬੈਠਾ। ਕਿਸੇ ਨੂੰ ਆਲੇ ਦੁਆਲੇ ਆਪਣੇ ਆਨੰਦ ਵਿੱਚ, ਤੁਹਾਡੇ ਆਨੰਦ ਵਿੱਚ ਮਹਾਰਾਜ ਵਲੀਨ ਹੋ ਜਾਵਾਂ।